ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਦਿ ਪੁਰਖ ਆਦੇਸ ਹੈ, ਸਤਿਗੁਰ ਸੱਚ ਨਾਉ ਸਦਵਾਇਆ। ਚਾਰ ਵਰਨ ਗੁਰ ਸਿੱਖ ਕਰ, ਗੁਰਮੁਖ ਸੱਚਾ ਪੰਥ ਚਲਾਇਆ। ਸਾਧ ਸੰਗਤ ਮਿਲ ਗਾਵੰਦੇ, ਸਤਿਗੁਰ ਸ਼ਬਦ ਅਨਾਹਦ ਵਾਇਆ। ਗੁਰ ਸਾਖੀ ਉਪਦੇਸ ਕਰ, ਆਪ ਤਰੈ ਸੈਸਾਰ ਤਰਾਇਆ। ਪਾਨ ਸੁਪਾਰੀ ਕਥ ਮਿਲ, ਚੂਨੇ ਰੰਗ ਸੁਰੰਗ ਚੜ੍ਹਾਇਆ। ਗਿਆਨ ਧਿਆਨ ਸਿਮਰਨ ਜੁਗਤ, ਗੁਰਮਤਿ ਮਿਲ ਗੁਰ ਪੂਰਾ ਪਾਇਆ। ਸਾਧ ਸੰਗਤ ਸੱਚਖੰਡ ਵਸਾਇਆ। ਸਾਧ ਸੰਗਤ ਸੱਚਖੰਡ ਵਸਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿੱਚੋਂ ਆਪ ਜੀ ਨੇ 69ਵੀਂ ਵਾਰ ਦੀ ਪਹਿਲੀ ਪੌੜੀ ਦਾ ਪਾਠ ਸਰਵਣ ਕੀਤਾ ਹੈ। 28 ਵਾਰਾਂ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਤੱਕ ਆਪਾਂ ਸਰਵਣ ਕਰ ਚੁੱਕੇ ਹਾਂ। ਸੋ ਅੱਜ ਸਤਿਗੁਰੂ ਦੀ ਕਿਰਪਾ ਦਾ ਸਦਕਾ 69ਵੀਂ ਵਾਰ ਆਰੰਭ ਹੋਈ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਵਾਰ ਵਿੱਚ ਗੁਰੂ ਦੇ ਪਰਉਪਕਾਰ ਦੱਸਦੇ ਹੈ। ਸਾਧ ਸੰਗਤ ਰੂਪੀ ਸੱਚਖੰਡ ਗੁਰੂ ਨੇ ਵਸਾਇਆ ਹੈ। ਗੁਰੂ ਕੇ ਸਿੱਖ ਗੁਰੂ ਦੀ ਮੱਤ ਨੂੰ, ਸਿੱਖਿਆ ਨੂੰ ਗ੍ਰਹਿਣ ਕਰਕੇ, ਵਿਕਾਰਾਂ ਔਗਣਾਂ ਦਾ ਤਿਆਗ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਉਂਦੇ ਹੈ। ਔਰ ਜਿਸ ਅਵਸਥਾ ਦੇ ਵਿੱਚ ਗੁਰੂ ਕੇ ਸਿੱਖ ਤੁਰੀਆ ਪਦ ਵਿੱਚ ਪਹੁੰਚਦੇ ਹੈ, ਜਤੀ ਸਤੀ ਸੰਨਿਆਸੀ ਵੀ ਉਸ ਅਵਸਥਾ ਨੂੰ ਲੋਚਦੇ ਰਹਿੰਦੇ ਹੈ। ਭਾਈ ਗੁਰਦਾਸ ਸਾਹਿਬ ਜੀ ਪਹਿਲੀ ਪੌੜੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਮੰਗਲਾਚਰਨ ਕਰਦੇ ਹਨ ਔਰ ਗੁਰੂ ਸਾਹਿਬ ਨੇ ਗੁਰਸਿੱਖਾਂ ਨੂੰ ਜੋ ਉਪਦੇਸ਼ ਦਿੱਤਾ ਹੈ, ਸਿੱਖ ਉਹਦੇ ਮੁਤਾਬਕ ਚੱਲਦੇ ਹੈ ਅਤੇ ਸਤਿਗੁਰੂ ਜੀ ਨੇ ਜੋ ਉਪਦੇਸ਼ ਦਿੱਤਾ ਹੈ ਉਸ ਨੂੰ ਆਪ ਕਮਾਇਆ ਹੈ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹਾਂ
ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਆਦਿ ਪੁਰਖ ਆਦੇਸ ਹੈ, ਸਤਿਗੁਰ ਸੱਚ ਨਾਉ ਸਦਵਾਇਆ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, ਆਦਿ ਪੁਰਖ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮੇਰੀ ਨਮਸਕਾਰ ਹੈ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਮੈਂ ਮੱਥਾ ਟੇਕਦਾ ਹਾਂ। ਸਤਿਗੁਰ ਸੱਚ ਨਾਉ ਸਦਵਾਇਆ, ਜਿਨ੍ਹਾਂ ਨੇ ਆਪਣਾ ਨਾਮ ਸੱਚਾ ਗੁਰੂ ਸਦਵਾਇਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਹੀ ਇਹ ਨਾਮ ਸੋਭਦਾ ਹੈ। ਆਪਣੇ ਆਪ ਨੂੰ ਗੁਰੂ ਤਾਂ ਸਤਿਗੁਰੂ ਤਾਂ ਬਥੇਰੇ ਸਦਵਾ ਲੈਂਦੇ ਐ ਸੰਸਾਰ ਦੇ ਵਿੱਚ, ਪਰ ਝੂਠੇ ਨੇ, ਉਹਨਾਂ ਦੇ ਪੱਲੇ ਸੱਚ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸੱਚਾ ਸਤਿਗੁਰੂ ਆਪਣਾ ਨਾਮ ਸਦਵਾਇਆ ਹੈ। ਇਹ ਨਾਮ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਸ਼ੋਭਦਾ ਹੈ। ਚਾਰ ਵਰਨ ਗੁਰ ਸਿੱਖ ਕਰ, ਗੁਰਮੁਖ ਸੱਚਾ ਪੰਥ ਚਲਾਇਆ। ਗੁਰੂ ਨਾਨਕ ਸਾਹਿਬ ਜੀ ਨੇ ਚਾਰੇ ਵਰਣਾਂ ਦੇ ਲੋਕਾਂ ਨੂੰ ਗੁਰਸਿੱਖ ਬਣਾ ਦਿੱਤਾ। ਭਾਵੇਂ ਬ੍ਰਾਹਮਣ ਸੀ, ਖੱਤਰੀ ਸੀ, ਵੈਸ਼ ਸੀ, ਸ਼ੂਦਰ ਸੀ, ਸਤਿਗੁਰੂ ਨੇ ਉਹਨਾਂ ਨੂੰ ਸਿੱਖਿਆ ਦੇ ਕੇ ਗੁਰਸਿੱਖ ਕਰ ਦਿੱਤਾ। ਉਹ ਗੁਰੂ ਦੇ ਸਿੱਖ ਬਣ ਗਏ। ਇਹ ਵਰਣ ਭੇਦ ਸਾਰਾ ਹੀ ਉਹਨਾਂ ਦਾ ਮੁੱਕ ਗਿਆ। ਜਾਤ ਪਾਤ ਖਤਮ ਹੋ ਗਈ। ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਾਲ ਜੁੜ ਕੇ ਸਤਿਗੁਰੂ ਦੇ ਸਿੱਖ ਬਣੇ। ਤੋ ਚਾਰੇ ਵਰਨਾਂ ਦੇ ਲੋਕਾਂ ਨੂੰ ਸਤਿਗੁਰੂ ਨੇ ਗੁਰਸਿੱਖ ਕਰ ਦਿੱਤਾ। ਗੁਰਮੁਖ ਸੱਚਾ ਪੰਥ ਚਲਾਇਆ। ਸਤਿਗੁਰੂ ਨੇ ਗੁਰਮੁਖਾਂ ਦਾ ਸੱਚਾ ਪੰਥ, ਸੱਚਾ ਮਾਰਗ ਚਲਾਇਆ ਹੈ। ਸਾਧ ਸੰਗਤ ਮਿਲ ਗਾਵੰਦੇ, ਸਤਿਗੁਰ ਸ਼ਬਦ ਅਨਾਹਦ ਵਾਇਆ। ਗੁਰੂ ਕੇ ਸਿੱਖ ਸਾਧ ਸੰਗਤ ਵਿੱਚ ਮਿਲ ਕੇ ਗਾਉਂਦੇ ਹੈ, ਭਾਵ ਕੀਰਤਨ ਕਰਦੇ ਹੈ। ਸਤਿਗੁਰ ਸ਼ਬਦ ਅਨਾਹਦ ਵਾਇਆ, ਅਤੇ ਸਤਿਗੁਰੂ ਦੇ ਸ਼ਬਦ ਦੀ ਅਨਹਦ ਧੁਨੀ ਵਜਾਉਂਦੇ ਹੈ। ਅਥਵਾ ਜਿਹੜਾ ਸਤਿਗੁਰੂ ਦਾ ਅਨਾਹਦ ਸ਼ਬਦ ਵਜਾਇਆ, ਉਚਾਰਨ ਕੀਤਾ ਹੋਇਆ ਹੈ, ਗੁਰੂ ਨੇ ਜੋ ਬਾਣੀ ਉਚਾਰੀ ਹੈ, ਗੁਰੂ ਕੇ ਸਿੱਖ ਸਾਧ ਸੰਗਤ ਦੇ ਵਿੱਚ ਮਿਲ ਕੇ ਉਹਨਾਂ ਸ਼ਬਦਾਂ ਦਾ, ਗੁਰਬਾਣੀ ਦਾ ਕੀਰਤਨ ਕਰਦੇ ਹੈ, ਆਨੰਦ ਪ੍ਰਾਪਤ ਕਰਦੇ ਹਨ। ਗੁਰ ਸਾਖੀ ਉਪਦੇਸ ਕਰ, ਆਪ ਤਰੈ ਸਹਿ ਸਾਰ ਤਰਾਇਆ। ਗੁਰ ਸਾਖੀ ਉਪਦੇਸ ਕਰ। ਗੁਰੂ ਕੇ ਸਿੱਖ ਗੁਰ ਸਾਖੀ, ਗੁਰੂ ਦੀ ਸਿੱਖਿਆ ਦਾ ਹੋਰਾਂ ਨੂੰ ਵੀ ਉਪਦੇਸ਼ ਦਿੰਦੇ ਹੈ। ਜਿੱਥੇ ਆਪ ਸਤਿਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹੈ, ਮਹਾਰਾਜ ਜੀ ਦੇ ਸ਼ਬਦ ਦੇ ਮੁਤਾਬਕ ਚੱਲਦੇ ਆ, ਉੱਥੇ ਗੁਰੂ ਦੀ ਸਿੱਖਿਆ ਦਾ ਉਪਦੇਸ਼ ਹੋਰਾਂ ਨੂੰ ਦਿੰਦੇ ਹੈ। ਆਪ ਤਰੈ ਸਹਿ ਸਾਰ ਤਰਾਇਆ। ਗੁਰਸਿੱਖ ਆਪ ਵੀ ਤਰਦੇ ਹੈ ਅਤੇ ਸੰਸਾਰ ਨੂੰ ਵੀ ਤਾਰਦੇ ਹੈ। ਅਥਵਾ ਗੁਰ ਸਾਖੀ ਉਪਦੇਸ ਕਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਰੇ ਵਰਣਾਂ ਦੇ ਲੋਕਾਂ ਨੂੰ ਸਾਖੀ ਹੋ ਕਰਕੇ ਉਪਦੇਸ਼ ਦਿੱਤਾ ਹੈ। ਭਾਵ ਜਿਹੜਾ ਉਪਦੇਸ਼, ਜਿਹੜੀ ਸਿੱਖਿਆ ਦਿੱਤੀ ਹੈ ਨਾ ਮਹਾਰਾਜ ਨੇ ਸ਼ਬਦ ਉਚਾਰ ਕੇ, ਸਤਿਗੁਰੂ ਕਹਿੰਦੇ ਅਸੀਂ ਸਾਖੀ ਹਾਂ, ਗਵਾਹ ਹਾਂ, ਅਸੀਂ ਇਹ ਵੇਖਿਆ ਹੈ ਸਾਰਾ ਕੁਝ। ਇਹ ਸੁਣੀ ਸੁਣਾਈ ਗੱਲ ਨਹੀਂ, ਸਾਰਾ ਕੁਝ ਵੇਖਿਆ, ਤੱਕਿਆ ਹੈ।
ਤਾਂ ਤੁਹਾਨੂੰ ਉਪਦੇਸ਼ ਦਿੱਤਾ ਹੈ। ਆਪ ਤਰੈ ਸਹਿਸਾਰ ਤਰਾਇਆ। ਗੁਰੂ ਸਾਹਿਬ ਜੀ ਆਪ ਤਰੇ ਹਨ ਅਤੇ ਸਾਰੇ ਸੰਸਾਰ ਨੂੰ ਮਹਾਰਾਜ ਨੇ ਨਾਮਦਾਨ ਦੇ ਕੇ ਸੰਸਾਰ ਭੌਜਲ ਤੋਂ ਤਰਾਇਆ ਹੈ। ਪਾਨ ਸੁਪਾਰੀ ਕਥ ਮਿਲ ਚੂਨੇ ਰੰਗ ਸੁਰੰਗ ਚੜਾਇਆ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ, ਜਿਵੇਂ ਇਹ ਚਾਰ ਚੀਜ਼ਾਂ ਮਿਲ ਕੇ ਸੋਹਣਾ ਲਾਲ ਰੰਗ ਬਣ ਜਾਂਦਾ ਹੈ। ਪਾਨ, ਸੁਪਾਰੀ, ਕਥ ਅਤੇ ਚੂਨਾ ਮਿਲ ਕੇ ਸੋਹਣਾ ਲਾਲ ਰੰਗ ਬਣ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਚਾਰੇ ਵਰਨ ਨੇ ਮਹਾਰਾਜ ਨੇ ਇੱਕ ਕਰ ਦਿੱਤੇ। ਚਾਰੇ ਵਰਨ ਮਿਲ ਕੇ ਫਿਰ ਗੁਰਮੁਖਾਂ ਦਾ ਉੱਤਮ ਪੰਥ ਬਣ ਜਾਂਦਾ ਹੈ। ਗੁਰਸਿੱਖੀ ਦਾ ਪ੍ਰੇਮ ਰੂਪੀ ਲਾਲ ਰੰਗ ਜਿਹੜਾ ਨਾ ਉਹ ਪ੍ਰਗਟ ਹੋ ਆਉਂਦਾ ਹੈ। ਗੁਰਸਿੱਖੀ ਦਾ ਪ੍ਰੇਮ ਦਾ ਲਾਲ ਰੰਗ ਚੜ੍ਹ ਜਾਂਦਾ ਹੈ। ਸੋ ਮਹਾਰਾਜ ਨੇ ਵੱਡੀ ਕਿਰਪਾ ਕੀਤੀ, ਚਾਰੇ ਵਰਨਾਂ ਨੂੰ ਇੱਕ ਕਰ ਦਿੱਤਾ। ਗਿਆਨ ਧਿਆਨ ਸਿਮਰਨ ਜੁਗਤ ਗੁਰਮਤਿ ਮਿਲ ਗੁਰ ਪੂਰਾ ਪਾਇਆ। ਗਿਆਨ ਧਿਆਨ ਸਿਮਰਨ ਜੁਗਤ ਗੁਰਮਤਿ ਮਿਲ ਗੁਰ ਪੂਰਾ ਪਾਇਆ। ਜਿਸ ਨੇ ਪੂਰੇ ਗੁਰੂ ਨੂੰ ਮਿਲ ਕੇ ਗੁਰੂ ਦੀ ਮੱਤ ਨੂੰ, ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰ ਲਿਆ ਹੈ, ਉਸ ਨੇ ਗਿਆਨ ਧਿਆਨ ਅਤੇ ਸਿਮਰਨ ਦੀ ਜੁਗਤੀ ਨੂੰ ਪੂਰੀ ਤਰ੍ਹਾਂ ਜਾਣ ਲਿਆ ਹੈ। ਪੂਰਾ ਗੁਰੂ ਹੀ ਰਹਿਮਤ ਕਰਕੇ ਜਣਾਉਂਦਾ ਹੈ। ਗਿਆਨ ਧਿਆਨ ਸਿਮਰਨ ਦੀ ਜੁਗਤੀ ਗੁਰੂ ਹੀ ਜਣਾਉਂਦਾ ਹੈ। ਗੁਰੂ ਹੀ ਮਿਹਰ ਉਹਨਾਂ ਦੇ ਸਿਰ 'ਤੇ ਕਰਦਾ ਹੈ, ਬਖਸ਼ਿਸ਼ ਕਰਦਾ ਹੈ। ਸਾਧ ਸੰਗਤ ਸੱਚਖੰਡ ਵਸਾਇਆ। ਸੱਚਖੰਡ ਜਿੱਥੇ ਪਰਮੇਸ਼ਰ ਦਾ ਨਿਵਾਸ ਹੈ, ਉਹਦਾ ਨਿਵਾਸ ਸਥਾਨ ਸੱਚਖੰਡ ਹੈ। ਮਹਾਰਾਜ ਜੀ ਦੀ ਜਦੋਂ ਆਪਾਂ ਪਵਿੱਤਰ ਬਾਣੀ ਪੜ੍ਹਦੇ ਹਾਂ, ਸੱਚਖੰਡ ਵਸੈ ਨਿਰੰਕਾਰ। ਸੱਚਖੰਡ ਦੇ ਵਿੱਚ ਆਪ ਨਿਰੰਕਾਰ ਪਰਮੇਸ਼ਰ ਵਸਦਾ ਹੈ। ਤਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਜਿੱਥੇ ਰੱਬੀ ਬਾਣੀ ਦਾ ਕੀਰਤਨ ਹੈ, ਪਰਮੇਸ਼ਰ ਦੀ ਸਿਫਤ ਸਲਾਹ ਹੈ, ਉਹ ਬੈਕੁੰਠ ਹੈ, ਸੱਚਖੰਡ ਹੈ। ਸਾਧ ਸੰਗਤ ਸੱਚਖੰਡ ਵਸਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਧ ਸੰਗਤ ਰੂਪੀ ਸੱਚਖੰਡ ਵਸਾਇਆ ਹੈ। ਜਿੱਥੇ ਵੀ ਗੁਰਮੁਖ ਪਿਆਰੇ, ਰੱਬੀ ਪਿਆਰੇ ਮਿਲ ਕੇ ਇਕੱਤਰ ਹੁੰਦੇ ਹੈ, ਵਾਹਿਗੁਰੂ ਪਰਮੇਸ਼ਰ ਦੀਆਂ ਸਿਫਤਾਂ ਕਰਦੇ ਹੈ, ਨਿਰੰਕਾਰ ਦਾ ਨਾਮ ਜਪਦੇ ਹੈ, ਉਹ ਸਾਧ ਸੰਗਤ ਹੈ, ਸੱਚਖੰਡ ਹੈ। ਔਰ ਸੱਚਖੰਡ ਦੇ ਵਿੱਚ ਗੁਰਮੁਖ ਪਿਆਰੇ ਵਸਦੇ ਹੈ। ਸੋ ਮਹਾਰਾਜ ਨੇ ਸਾਧ ਸੰਗਤ ਕਾਇਮ ਕੀਤੀ ਹੈ, ਇਹ ਸੱਚਖੰਡ ਵਸਾਇਆ ਹੈ। ਅਗਲੀ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਅੰਮ੍ਰਿਤ ਬਚਨਾਂ ਰਾਹੀਂ ਸਾਨੂੰ ਸਮਝਾਉਂਦੇ ਹੈ। ਮਹਾਰਾਜ ਨੇ ਚਾਰੇ ਵਰਨਾਂ ਨੂੰ ਇੱਕੋ ਜਿਹਾ ਉਪਦੇਸ਼ ਦਿੱਤਾ ਹੈ ਅਤੇ ਗੁਰੂ ਦਾ ਉਪਦੇਸ਼, ਗੁਰੂ ਦੀ ਜਿਹੜੀ ਸਿੱਖਿਆ ਹੈ, ਇਹ ਮਨੁੱਖ ਦੇ ਅੰਦਰੋਂ ਖੋਟੀ ਮੱਤ ਨੂੰ ਦੂਰ ਕਰ ਦਿੰਦੀ ਹੈ, ਔਗਣਾਂ ਨੂੰ ਦੂਰ ਕਰ ਦਿੰਦੀ ਹੈ। ਅਤੇ ਗੁਰੂ ਕਾ ਸਿੱਖ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਕੇ ਅਤੇ ਆਪਣੇ ਮਨ ਨੂੰ ਕਾਬੂ ਵਿੱਚ ਰੱਖਦਾ ਹੈ ਅਤੇ ਜੀਵਨ ਨੂੰ ਸਫਲ ਬਣਾਉਂਦਾ ਹੈ। ਪਰ ਤਨ ਪਰ ਧਨ ਪਰ ਨਿੰਦ ਮੇਟ ਨਾਮਦਾਨ ਇਸਨਾਨ ਦਿੜਾਇਆ। ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰ ਤਨ, ਪਰਾਇਆ ਤਨ, ਪਰ ਇਸਤਰੀ, ਪਰਾਇਆ ਧਨ ਅਤੇ ਪਰਾਈ ਨਿੰਦਿਆ ਨੂੰ ਮੇਟ ਕੇ ਨਾਮਦਾਨ ਅਤੇ ਇਸ਼ਨਾਨ ਕਰਨ ਦੀ ਕਿਰਿਆ ਨੂੰ ਸੰਸਾਰ ਦੇ ਲੋਕਾਂ ਦੇ ਤਾਈਂ ਦ੍ਰਿੜ ਕਰਵਾਇਆ ਹੈ, ਪੱਕਾ ਕੀਤਾ ਹੈ। ਮਹਾਰਾਜ ਨੇ ਨਾਮ ਜਪਣਾ ਹੈ, ਦਾਨ ਕਰਨਾ ਹੈ, ਇਸ਼ਨਾਨ ਕਰਨਾ ਹੈ। ਅਤੇ ਸਤਿਗੁਰੂ ਨੇ ਔਗਣਾਂ ਤੋਂ, ਵਿਕਾਰਾਂ ਤੋਂ ਹਟਾਇਆ ਹੈ। ਇੱਕ ਤਾਂ ਕਿਹਾ ਪਰ ਤਨ, ਮਹਾਰਾਜ ਜੀ ਕਹਿੰਦੇ ਪਰ ਤਨ ਗਾਮੀ ਨਹੀਂ ਹੋਣਾ। ਪਰ ਧਨ,
ਪਰਾਇਆ ਧਨ ਨਹੀਂ ਚਰਾਉਣਾ, ਔਰ ਪਰ ਨਿੰਦ, ਪਰਾਈ ਜਿਹੜੀ ਨਿੰਦਿਆ ਹੈ ਉਹ ਨਹੀਂ ਕਰਨੀ। ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ। ਨਿੰਦਿਆ ਕਿਸੇ ਦੀ ਵੀ ਕਰਨੀ ਭਲੀ ਨਹੀਂ ਹੈ, ਇਹ ਮਨਮੁਖਾਂ ਦਾ ਕੰਮ ਹੈ। ਮਨਮੁਖ ਹੀ ਨਿੰਦਿਆ ਕਰਦੇ ਹੈ। ਸੋ ਜਿਹੜਾ ਇਹਨਾਂ ਚੀਜ਼ਾਂ ਤੋਂ ਬਚ ਗਿਆ, ਉਹ ਆਪਣੇ ਜੀਵਨ ਨੂੰ, ਆਚਰਣ ਨੂੰ ਉੱਚਾ ਸੁੱਚਾ ਬਣਾ ਕੇ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ ਹੈ। ਸਤਿਗੁਰੂ ਨੇ ਔਗਣਾਂ ਦਾ ਤਿਆਗ ਅਤੇ ਵਿਕਾਰਾਂ ਤੋਂ ਦੂਰ ਰਹਿਣ ਦਾ ਉਪਦੇਸ਼ ਗੁਰਬਾਣੀ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ। ਪਰ ਧਨ ਪਰ ਦਾਰਾ ਪਰ ਹਰੀ, ਤਾਂ ਕੈ ਨਿਕਟ ਬਸੈ ਨਰ ਹਰੀ। ਪਰਮੇਸ਼ਰ ਉਹਦੇ ਨੇੜੇ ਵਸਦਾ ਹੈ ਜਿਹੜਾ ਪਰ ਧਨ ਨਿੰਦਿਆ ਇਤਿਆਦਿਕ ਦਾ ਤਿਆਗ ਕਰਦਾ ਹੈ। ਸੋ ਗੁਰੂ ਸਾਹਿਬ ਨੇ ਪਰਾਇਆ ਧਨ ਅਤੇ ਪਰਾਈ ਨਿੰਦਿਆ, ਇਹਨਾਂ ਤੋਂ ਹਟਾ ਕੇ ਸਾਰਿਆਂ ਨੂੰ ਨਾਮ ਦਾਨ ਅਤੇ ਇਸ਼ਨਾਨ ਦੀ ਕਿਰਿਆ ਦ੍ਰਿੜ ਕਰਵਾਈ ਹੈ। ਗੁਰਮਤਿ ਮਨ ਸਮਝਾਏ ਕੈ, ਬਾਹਰ ਜਾਂਦਾ ਵਰਜ ਰਹਾਇਆ। ਗੁਰਸਿੱਖਾਂ ਨੇ ਕੀ ਕੀਤਾ ਹੈ? ਗੁਰਮਤਿ ਮਨ ਸਮਝਾਏ ਕੈ, ਗੁਰੂ ਦੀ ਮੱਤ ਨਾਲ, ਗੁਰੂ ਦੀ ਸਿੱਖਿਆ ਰਾਹੀਂ ਆਪਣੇ ਮਨ ਨੂੰ ਸਮਝਾ ਕੇ ਬਾਹਰ ਜਾਂਦਾ ਵਰਜ ਰਹਾਇਆ। ਜਿਹੜਾ ਮਨ ਵਾਰ-ਵਾਰ ਭੱਜ ਬਾਹਰ ਜਾਂਦਾ ਸੀ ਨਾ, ਉਹਨੂੰ ਰੋਕ ਕੇ ਰੱਖਿਆ ਹੈ। ਗੁਰਸਿੱਖਾਂ ਨੇ ਗੁਰੂ ਦੀ ਸਿੱਖਿਆ ਰਾਹੀਂ ਆਪਣੇ ਮਨ ਨੂੰ ਸਮਝਾਇਆ ਹੈ। ਵਾਰ-ਵਾਰ ਇਸ ਮਨ ਨੂੰ ਸਿੱਖਿਆ ਦਿੱਤੀ ਹੈ। ਆਪਾਂ ਜਦੋਂ ਗੁਰਬਾਣੀ ਪੜ੍ਹਦੇ ਹਾਂ, ਸਤਿਗੁਰੂ ਵਾਰ-ਵਾਰ ਇਸ ਮਨ ਨੂੰ ਸੰਬੋਧਨ ਕਰਦੇ ਹੈ। ਇਹਨੂੰ ਕਹਿੰਦੇ ਉੱਤਮ ਬਖਤੇ ਰਾਹੀਂ ਸਿੱਖਿਆ ਦੇਣੀ। ਵੀ ਜਦੋਂ ਜਗਿਆਸੂ ਬਾਣੀ ਪੜ੍ਹੇ, ਗੁਰਬਾਣੀ ਦਾ ਜਾਪ ਕਰੇ, ਅਤੇ ਉਹ ਆਪਣੇ ਮਨ ਨੂੰ ਸਮਝਾਵੇ। ਮਨ ਰੇ ਗਹਿਓ ਨਾ ਗੁਰੂ ਉਪਦੇਸ਼, ਐ ਮਨਾ ਤੂੰ ਗੁਰੂ ਦਾ ਉਪਦੇਸ਼ ਨਹੀਂ ਗ੍ਰਹਿਣ ਕੀਤਾ, ਕਿਉਂ ਨਹੀਂ ਗੁਰੂ ਦੀ ਸਿੱਖਿਆ ਲੈਂਦਾ? ਬਹੁਤ ਥਾਵਾਂ 'ਤੇ ਤੁਹਾਨੂੰ ਵਾਰ-ਵਾਰ ਮਨ ਪ੍ਰਤੀ ਸਤਿਗੁਰੂ ਦਾ ਅੰਮ੍ਰਿਤ ਬਚਨ ਪੜ੍ਹਨ ਨੂੰ ਮਿਲੇਗਾ। ਅਸੀਂ ਹਜ਼ੂਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ। ਸਤਿਗੁਰੂ ਦੇ ਬਹੁਤੇ ਸ਼ਬਦ ਗੁਰੂ ਤੇਗ ਬਹਾਦਰ ਜੀ ਦੇ ਮਨ ਨੂੰ ਸੰਬੋਧਨ ਨੇ। ਨਵੇਂ ਪਾਤਸ਼ਾਹ ਜੀ ਦੇ ਸਲੋਕ ਪੜ੍ਹਦੇ ਹਾਂ, ਉੱਥੇ ਵੀ ਵਾਰ-ਵਾਰ ਸਤਿਗੁਰੂ ਜੀ ਮਨ ਨੂੰ ਹੀ ਸੰਬੋਧਨ ਕਰਦੇ ਹੈ। ਕਹੋ ਨਾਨਕ ਸੁਣ ਰੇ ਮਨਾ, ਐ ਮਨਾ ਤੂੰ ਸੁਣ, ਗੁਰੂ ਦੀ ਸਿੱਖਿਆ ਸੁਣ। ਸੋ ਮਨ ਨੂੰ ਵਾਰ-ਵਾਰ ਗੁਰੂ ਕੇ ਸਿੱਖ ਨੇ ਸਮਝਾਉਣਾ ਹੈ। ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਐ ਮੇਰੇ ਮਨਾ, ਤੂੰ ਕਿਹੜੀ ਖੋਟੀ ਮੱਤ ਧਾਰਨ ਕਰ ਲਈ ਹੈ? ਪਰ ਦਾਰਾ ਨਿੰਦਿਆ ਰਸ ਰਚਿਓ, ਪਰ ਦਾਰਾ ਪਰ ਇਸਤਰੀ, ਨਿੰਦਿਆ ਦੇ ਰਸ ਵਿੱਚ ਤੂੰ ਫਸਿਆ ਪਿਆ, ਉਹਦੇ ਵਿੱਚ ਰਚਿਆ ਹੋਇਆ। ਰਾਮ ਭਗਤ ਨਹਿ ਕੀਤੀ। ਐ ਮਨਾ, ਤੂੰ ਪਰਮਾਤਮਾ ਦੀ ਰਮੇ ਹੋਏ ਰਾਮ ਦੀ ਭਗਤੀ ਨਹੀਂ ਕੀਤੀ। ਰਾਮ ਭਗਤ ਨਹਿ ਕੀਨੀ, ਤੂੰ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ। ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕਉ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਦਾਇਆ। ਮੁਕਤੀ ਦਾ ਜਿਹੜਾ ਰਸਤਾ ਨਾ, ਪ੍ਰੇਮਾ ਭਗਤੀ ਕਰਕੇ ਨਾਮ ਜਪ ਕੇ ਮੁਕਤ ਹੋਣਾ, ਉਹ ਤਾਂ ਤੂੰ ਜਾਣਿਆ ਹੀ ਨਹੀਂ ਹੈ। ਧਨ ਕਮਾਉਣ ਵਾਸਤੇ ਬਥੇਰੀ ਦੌੜ ਭੱਜ ਕਰਦਾ ਰਿਹਾ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਦਾਇਆ। ਤੁਰੰਤ ਵੇਲੇ ਕੋਈ ਤੇਰਾ ਸਾਥ ਨਹੀਂ ਦਿੰਦਾ। ਵਿਅਰਥ ਹੀ ਆਪਣੇ ਆਪ ਨੂੰ ਤੂੰ ਬੰਧਵਾ ਲੈਣਾ ਹੈ, ਬੰਧਨਾਂ ਵਿੱਚ ਵੱਜ ਜਾਣਾ ਹੈ। ਸੋ ਮਨ ਨੂੰ ਸਿੱਖਿਆ ਦੇਣੀ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਗੁਰਮਤਿ ਮਨ ਸਮਝਾਏ ਕੈ। ਗੁਰੂ ਕੇ ਸਿੱਖਾਂ ਨੇ ਗੁਰੂ ਦੀ ਸਿੱਖਿਆ, ਗੁਰੂ ਦੇ ਉਪਦੇਸ਼ ਰਾਹੀਂ ਆਪਣੇ ਮਨ ਨੂੰ ਸਮਝਾ ਕੇ ਬਾਹਰ ਜਾਂਦਾ। ਜਿਹੜਾ ਮਨ ਵਾਰ-ਵਾਰ ਬਾਹਰ ਭੱਜਦਾ ਸੀ ਵਿਕਾਰਾਂ ਵਾਲੇ ਪਾਸੇ,
ਵਿਸ਼ੇ ਰਸਾਂ ਵਾਲੇ ਪਾਸੇ ਭੱਜਦਾ ਸੀ, ਵਰਜ ਰਹਾਇਆ। ਉਸ ਮਨ ਨੂੰ ਗੁਰਸਿੱਖਾਂ ਨੇ ਰੋਕ ਕੇ ਰੱਖਿਆ ਹੈ, ਕਿਉਂਕਿ ਮਨ ਅਵੈੜਾ ਹੈ ਨਾ। ਮਹਾਰਾਜ ਦੀ ਬਾਣੀ ਦਾ ਬਚਨ ਹੈ, ਮਨ ਖੁਟਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ, ਖਰਕਾ ਪੈਖਰ ਤਉ ਛੁਟੈ ਜੋ ਉਪਰ ਲਾਦਾ। ਪਾਤਸ਼ਾਹ ਜੀ ਕਹਿੰਦੇ, ਮਨਾ ਤੂੰ ਬੜਾ ਖੋਟਾ ਹੈ, ਤੇਰਾ ਭਰੋਸਾ ਕੋਈ ਨਹੀਂ। ਖਰਕਾ ਪੈਖਰ ਤਉ ਛੁਟੈ ਜੋ ਉਪਰ ਲਾਦਾ। ਖਰ ਕਹਿੰਦੇ ਖੋਤੇ ਨੂੰ, ਉਹਦੇ ਤੇ ਭਾਰ ਲਾਦੇ ਨੇ ਨਾ, ਪੈਰ ਬੰਨ੍ਹ ਦਿੰਦੇ। ਕਹਿੰਦੇ ਜਦੋਂ ਉਹਦੇ 'ਤੇ ਐਂ ਭਾਰ ਲੱਦਿਆ ਗਿਆ, ਫਿਰ ਖੋਲ੍ਹਦੇ ਆ ਵੀ ਹੁਣ ਚੱਲ। ਫਿਰ ਉਹਦੇ 'ਤੇ ਭਾਰ ਹੁੰਦਾ ਹੈ, ਹੁਣ ਮਾਰ ਦੁਲੱਤੇ। ਜਦੋਂ ਪੂਰਾ ਭਾਰ ਲੱਦ ਦਿੱਤਾ, ਉਦੋਂ ਫਿਰ ਉਹ ਤੁਰ ਪੈਂਦਾ ਹੈ। ਇਹ ਮਨ ਦਾ ਸੁਭਾਅ ਹੈ ਐਸਾ। ਵਿਹਲਾ ਮਨ ਜਿਹੜਾ ਨਾ, ਉਹ ਵਿਸ਼ਿਆਂ ਵਾਲੇ ਪਾਸੇ ਦੌੜਦਾ ਹੈ। ਅਤੇ ਜਦੋਂ ਇਸ ਮਨ ਦੇ ਉੱਤੇ ਸ਼ਬਦ ਦਾ ਭਾਰ ਪਾ ਦਈਏ, ਅਤੇ ਫਿਰ ਇਹ ਸਿੱਧਾ ਹੋ ਕੇ ਤੁਰ ਪੈਂਦਾ ਹੈ। ਸੋ ਮਨ ਨੂੰ ਗੁਰੂ ਦੀ ਮੱਤ ਰਾਹੀਂ ਗੁਰੂ ਕੇ ਸਿੱਖ ਸਮਝਾਉਂਦੇ ਹੈ ਅਤੇ ਮਨ ਨੂੰ ਰੋਕ ਕੇ ਰੱਖਦੇ ਹੈ। ਮਨ ਜਿੱਤੈ ਜਗ ਜਿਣ ਲਿਆ, ਅਸ਼ਟ ਧਾਤ ਇੱਕ ਧਾਤ ਕਰਾਇਆ। ਮਨ ਜਿੱਤੈ, ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ, ਮਨ ਨੂੰ ਕਾਬੂ ਵਿੱਚ ਕਰ ਲਿਆ। ਜਗ ਜਿਣ ਲਿਆ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਨੇ ਜਗਤ ਨੂੰ ਜਿੱਤ ਲਿਆ। ਉਹ ਜਗਤ ਦਾ ਜੇਤੂ ਹੈ ਜਿਹੜਾ ਮਨ ਨੂੰ ਜਿੱਤ ਲੈਂਦਾ ਹੈ। ਦੁਨੀਆ ਦੇ ਵਿੱਚ ਵੱਡੀ ਫੌਜ ਲੈ ਕਰਕੇ ਕਿਸੇ ਇਲਾਕੇ ਨੂੰ ਜਿੱਤ ਲੈਣਾ ਸੌਖਾ ਹੈ, ਪਰ ਮਨ ਨੂੰ ਜਿੱਤਣਾ ਬਹੁਤ ਕਠਿਨ ਹੈ, ਬੜਾ ਔਖਾ ਹੈ। ਗੁਰੂ ਬਾਬਾ ਜੀ ਦੀ ਮਿਹਰ ਹੋਵੇ ਤਾਂ ਮਨ ਜਿੱਤਿਆ ਜਾਂਦਾ ਹੈ, ਫਿਰ ਮਨ ਕਾਬੂ ਵਿੱਚ ਆਉਂਦਾ ਹੈ। ਹਜ਼ੂਰ ਦਾ ਬਚਨ ਹੈ, ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਜੇਕਰ ਪਰਮੇਸ਼ਰ ਦੀ ਪੂਰੀ ਮਿਹਰ ਕਿਰਪਾ ਹੋਵੇ ਤਾਂ ਹੀ ਇਹ ਮਨ ਵਸ ਵਿੱਚ ਆਉਂਦਾ ਹੈ। ਨਹੀਂ ਤਾਂ ਮਨ, ਜੇ ਬੰਦਾ ਕਵੇ ਮੈਂ ਆਪਣੇ ਯਤਨ ਦੇ ਨਾਲ, ਆਪਣੇ ਬਲ ਦੇ ਨਾਲ ਇਸ ਮਨ ਨੂੰ ਜਿੱਤ ਲਵਾਂ, ਸਾਹਿਬ ਕਹਿੰਦੇ ਤੂੰ ਨਹੀਂ ਜਿੱਤ ਸਕਦਾ। ਗੁਰੂ ਮਿਹਰ ਕਰੇ, ਪਰਮਾਤਮਾ ਬਖਸ਼ਿਸ਼ ਕਰੇ, ਫਿਰ ਹੀ ਤੂੰ ਮਨ ਨੂੰ ਜਿੱਤ ਸਕਦਾ ਹੈ। ਅਤੇ ਜਿਨ੍ਹਾਂ ਨੇ ਗੁਰੂ ਦੀ ਮੱਤ ਰਾਹੀਂ ਮਨ ਨੂੰ ਜਿੱਤ ਲਿਆ, ਜਗ ਜਿਣ ਲਿਆ, ਉਹਨਾਂ ਨੇ ਜਗਤ ਨੂੰ ਜਿੱਤ ਲਿਆ ਹੈ। ਆਪਾਂ ਰੋਜ਼ ਜਪਜੀ ਸਾਹਿਬ ਵਿੱਚ ਇਹ ਬਚਨ ਪੜ੍ਹਦੇ ਹਾਂ, ਮਨ ਜੀਤੈ ਜਗ ਜੀਤ। ਮਨ ਨੂੰ ਜਿੱਤਣ ਵਾਲੇ ਜਗਤ ਦੇ ਜੇਤੂ ਨੇ। ਅਸ਼ਟ ਧਾਤ ਇੱਕ ਧਾਤ ਕਰਾਇਆ। ਸਤਿਗੁਰੂ ਸਾਹਿਬ ਜੀ ਨੇ 8 ਧਾਤਾਂ ਨੂੰ ਇੱਕ ਧਾਤ ਬਣਾ ਦਿੱਤਾ। 8 ਧਾਤਾਂ ਕਿਹੜੀਆਂ? 4 ਵਰਣ ਅਤੇ 4 ਆਸ਼ਰਮ। ਇਹਨਾਂ 8 ਨੂੰ ਇੱਕ ਧਾਤ ਭਾਵ ਗੁਰਸਿੱਖ ਬਣਾ ਦਿੱਤਾ। 4 ਵਰਣ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਅਤੇ 4 ਹੀ ਆਸ਼ਰਮ ਨੇ, ਬ੍ਰਹਮਚਰਜ, ਗ੍ਰਸਤ, ਬਾਨਪ੍ਰਸਥ ਅਤੇ ਸੰਨਿਆਸੀ। ਤੋ ਇਹ ਜਿਹੜੀਆਂ 8 ਧਾਤਾਂ, ਇਹਨਾਂ 8 ਤੋਂ ਇੱਕ ਧਾਤ ਗੁਰਸਿੱਖ ਮਹਾਰਾਜ ਜੀ ਨੇ ਬਣਾ ਦਿੱਤਾ ਹੈ। ਸੱਚੇ ਪਾਤਸ਼ਾਹ ਨੇ 8 ਨੂੰ ਮਿਲ ਕੇ ਇੱਕ ਗੁਰਮਤਿ ਮਾਰਗ ਦੇ ਵਿੱਚ ਲੈ ਆਂਦਾ ਹੈ। ਪਾਰਸ ਹੋਏ ਪਾਰਸ ਹੋ, ਗੁਰੇ ਉਪਦੇਸ ਅਵੇਸ ਦਿਖਾਇਆ। ਪਾਰਸ ਰੂਪ ਗੁਰੂ ਦੇ ਉਪਦੇਸ਼ ਵਿੱਚ ਜਿਹੜੇ ਪ੍ਰਵੇਸ਼ ਕਰ ਗਏ ਨੇ, ਗੁਰੂ ਦੇ ਉਪਦੇਸ਼ ਵਿੱਚ ਜਿਨ੍ਹਾਂ ਨੇ ਘਰ ਕਰ ਲਿਆ, ਆਪਣਾ ਘਰ ਬਣਾ ਲਿਆ, ਭਾਵ ਗੁਰੂ ਦੀ ਸਿੱਖਿਆ ਨੂੰ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਹੈ, ਉਹ ਜਿਹੜੇ ਸਿੱਖ ਨੇ ਉਹ ਪਾਰਸ ਰੂਪ ਹੋ ਗਏ। ਉਹ ਪਾਰਸ ਬਣ ਕੇ ਹੋਰਾਂ ਨੂੰ ਵੀ ਅੱਗੇ ਕੰਚਨ ਕਰ ਦਿੰਦੇ ਹੈ, ਹੋਰਾਂ ਨੂੰ ਵੀ ਸਿੱਖਿਆ ਦੇ ਕਰਕੇ ਉਹਨਾਂ ਦੇ ਮਨ ਨੂੰ ਨਿਰਮਲ ਪਵਿੱਤਰ ਕਰ ਦਿੰਦੇ ਹਨ। ਜੋਗ ਭੋਗ ਜਿਣ ਜੁਗਤ ਕਰ, ਪਾਏ ਭਗਤ ਭੈ ਆਪ ਗਵਾਇਆ। ਗੁਰੂ ਕੇ ਸਿੱਖਾਂ ਨੇ ਜੁਗਤੀ ਕਰਕੇ ਜੋਗ ਅਤੇ ਭੋਗ ਨੂੰ ਜਿੱਤ ਲਿਆ ਹੈ। ਜੋਗ ਨੂੰ ਵੀ ਜਿੱਤਿਆ ਹੈ, ਉਹ ਜੋਗੀਆਂ ਤੋਂ ਉੱਪਰ ਹਨ, ਅਤੇ ਭੋਗ ਜਿੰਨੇ ਪਦਾਰਥ ਨੇ ਇਹਨਾਂ ਦੇ ਰਸਾਂ ਤੋਂ ਉੱਪਰ ਉੱਠ ਗਏ ਨੇ। ਜੁਗਤੀ ਕਰਕੇ ਜੋਗ ਅਤੇ ਭੋਗ ਨੂੰ ਜਿੱਤਿਆ ਹੈ।
ਗੁਰੂ ਦੇ ਸ਼ਬਦ ਨਾਲ ਜੁੜ ਕੇ ਜਦੋਂ ਸ਼ਬਦ ਰਾਹੀਂ ਸੋਝੀ ਮਿਲੀ ਵੀ ਇਹ ਜਿੰਨੇ ਵੀ ਦੁਨੀਆ ਦੇ ਰਸ ਨੇ ਸਾਰੇ ਹੀ ਫਿੱਕੇ ਨੇ, ਅਤੇ ਸ਼ਬਦ ਦਾ ਅਭਿਆਸ ਕਰਦਿਆਂ ਹੋਇਆਂ ਤੁਰੀਆ ਅਵਸਥਾ ਦੇ ਵਿੱਚ ਪੁੱਜੇ ਹੈ। ਜੋਗ ਭੋਗ ਨੂੰ ਸ਼ਬਦ ਦੀ ਜੁਗਤੀ ਕਰਕੇ ਗੁਰਸਿੱਖਾਂ ਨੇ ਜਿੱਤਿਆ ਹੈ। ਭਾਏ ਭਗਤ ਭੈ ਆਪ ਗਵਾਇਆ, ਅਤੇ ਭੈ ਸਹਿਤ ਪ੍ਰੇਮਾ ਭਗਤੀ ਕਰਦਿਆਂ ਹੋਇਆਂ ਆਪਣੇ ਅੰਦਰੋਂ ਉਹਨਾਂ ਨੇ ਆਪਾ ਭਾਵ ਗਵਾ ਦਿੱਤਾ ਹੈ। ਹਉਮੈ ਹੰਕਾਰ ਨੂੰ ਉਹਨਾਂ ਨੇ ਦੂਰ ਕਰ ਦਿੱਤਾ ਹੈ। ਆਪ ਗਿਆ ਆਪ ਵਰਤਿਆ, ਭਗਤ ਵਸ਼ਲ ਹੋਏ ਵਸਗਤ ਆਇਆ। ਆਪ ਗਿਆ, ਜਦੋਂ ਸ਼ਬਦ ਦੀ ਕਮਾਈ ਕਰਦਿਆਂ ਹੋਇਆਂ ਸਿੱਖ ਦੇ ਹਿਰਦੇ ਵਿੱਚੋਂ ਆਪ ਗਿਆ। ਆਪ ਗਿਆ ਦਾ ਮਤਲਬ ਆਪਾ ਭਾਵ, ਮੈਂ ਚਲੇ ਗਈ, ਹਉਮੈ ਦੂਰ ਹੋ ਗਈ। ਜਦੋਂ ਇਸ ਅਵਸਥਾ 'ਤੇ ਪਹੁੰਚ ਗਏ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋਂ ਤਤ ਤੂੰ। ਜਦੋਂ ਆਪਾ ਮਿਟ ਗਿਆ, ਮੈਂ ਮੇਰੀ ਮਿਟ ਗਈ, ਫਿਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿੱਧਰ ਵੀ ਵੇਖਦਾ ਪਰਮਾਤਮਾ ਤੂੰ ਹੀ ਨਜ਼ਰ ਆਉਂਦਾ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਜਦੋਂ ਇੱਥੇ ਪਹੁੰਚ ਗਏ ਇਸ ਅਵਸਥਾ 'ਤੇ, ਜਦੋਂ ਆਪਾ ਭਾਵ ਚਲਿਆ ਗਿਆ, ਆਪ ਵਰਤਿਆ, ਫਿਰ ਸਿੱਖ ਨੂੰ ਨਿਸ਼ਚਾ ਹੋ ਜਾਂਦਾ ਹੈ ਵੀ ਪਰਮਾਤਮਾ ਸਾਰੀਆਂ ਥਾਵਾਂ 'ਤੇ ਉਹ ਆਪ ਹੀ ਵਰਤ ਰਿਹਾ ਹੈ। ਜ਼ਰਰੇ ਜ਼ਰਰੇ ਦੇ ਵਿੱਚ ਉਹਦੀ ਜੋਤ ਸਮਾਈ ਹੋਈ ਹੈ। ਹਰੇਕ ਉੱਚੇ ਨੀਵੇਂ ਘਟ ਘਟ ਦੇ ਵਿੱਚ ਉਹ ਵਸ ਰਿਹਾ ਹੈ। ਫਿਰ ਨਿਸ਼ਚਾ ਹੁੰਦਾ ਹੈ। ਭਗਤ ਵਸ਼ਲ ਹੋਏ ਵਸਗਤ ਆਇਆ, ਪਰਮਾਤਮਾ ਭਗਤ ਵਸ਼ਲ ਹੋ ਕੇ ਭਗਤੀ ਕਰਨ ਵਾਲਿਆਂ ਦੇ ਵਸ ਵਿੱਚ ਆਇਆ ਹੈ। ਭਗਤ ਵਸ਼ਲ ਕਹਿੰਦੇ ਜਿਹੜਾ ਭਗਤੀ ਨੂੰ ਪਿਆਰ ਕਰੇ। ਭਗਤ ਗੁਰਸਿੱਖ ਭਗਤੀ ਕਰਦੇ, ਨਾਮ ਜਪਦੇ, ਪਰਮਾਤਮਾ ਉਹਨਾਂ ਨੂੰ ਮੁਹੱਬਤ ਕਰਦਾ ਹੈ ਅਤੇ ਉਹਨਾਂ ਦੇ ਉਹ ਵਸ ਵਿੱਚ ਆਉਂਦਾ, ਕਿਉਂਕਿ ਉਹ ਪ੍ਰੇਮ ਦਾ ਭੁੱਖਾ ਨਾ, ਗੋਬਿੰਦ ਭਾਉ ਭਗਤ ਦਾ ਭੁੱਖਾ, ਤੋ ਪ੍ਰੇਮ ਕਰਕੇ ਪਰਮੇਸ਼ਰ ਵਸ ਵਿੱਚ ਆ ਜਾਂਦਾ ਹੈ। ਸਾਧ ਸੰਗਤ ਵਿੱਚ ਅਲਖ ਲਖਾਇਆ, ਗੁਰੂ ਕਿਰਪਾ ਕਰਦਾ ਹੈ। ਜਿਹੜੇ ਗੁਰੂ ਕੇ ਪਿਆਰੇ ਸਿੱਖ ਸਾਧ ਸੰਗਤ ਦੇ ਵਿੱਚ ਆਉਂਦੇ ਹੈ, ਗੁਰੂ ਉਹਨਾਂ ਨੂੰ ਅਲਖ ਪਰਮਾਤਮਾ ਬਾਰੇ ਲਿਖਾ ਦਿੰਦਾ ਹੈ। ਅਲਖ ਕਹਿੰਦੇ ਨੇ ਪਰਮੇਸ਼ਰ ਨੂੰ, ਅਤੇ ਲਿਖਾਇਆ ਦਾ ਅਰਥ ਹੁੰਦਾ ਜਣਾ ਦੇਣਾ, ਸੋਝੀ ਬਖਸ਼ ਦੇਣੀ, ਸਮਝਾ ਦੇਣਾ। ਸੋ ਅਲਖ ਵਾਹਿਗੁਰੂ ਜੋ ਹੈ ਉਹਦੇ ਬਾਰੇ ਗੁਰੂ ਜਣਾ ਦਿੰਦਾ ਹੈ। ਤੀਸਰੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਾਧ ਸੰਗਤ ਦੀ ਵਡਿਆਈ ਕਰਦੇ ਹੈ। ਸ਼ਬਦ ਸੁਰਤ ਮਿਲ ਸਾਧ ਸੰਗ, ਗੁਰਮੁਖ ਦੁਖ ਸੁਖ ਸਮ ਕਰ ਸਾਧੇ। ਗੁਰਮੁਖ ਸਾਧ ਸੰਗਤ ਦੇ ਵਿੱਚ ਮਿਲ ਕੇ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਦੇ ਵਿੱਚ ਜੋੜਦੇ ਹੈ। ਦੁੱਖ ਸੁੱਖ ਸਮ ਕਰ ਸਾਧੇ, ਅਤੇ ਦੁੱਖ ਸੁੱਖ ਨੂੰ ਇੱਕੋ ਜਿਹਾ ਜਾਣ ਕੇ ਸਾਧ ਲੈਂਦੇ ਹੈ। ਦੁੱਖ ਆ ਗਿਆ ਤਾਂ ਵੀ ਪਰਮਾਤਮਾ ਨੂੰ ਚੇਤੇ ਕਰਦੇ ਹੈ, ਸੁੱਖ ਹੈ ਤਾਂ ਵੀ ਉਹਦਾ ਨਾਮ ਜਪਦੇ ਹੋਏ ਸ਼ੁਕਰਾਨੇ ਵਿੱਚ ਸਦਾ ਜੁੜੇ ਰਹਿੰਦੇ। ਦੁੱਖ ਅਤੇ ਸੁੱਖ ਨੂੰ ਇੱਕੋ ਜਿਹਾ ਜਾਣਦੇ, ਐਸੀ ਅਵਸਥਾ ਹੁੰਦੀ ਹੈ। ਆਮ ਸੰਸਾਰੀ ਬੰਦੇ ਦੁੱਖ ਆ ਗਿਆ ਉਹ ਰੱਬ ਨੂੰ ਉਲਾਂਭੇ ਦਿੰਦੇ ਹੈ, ਕਈ ਗਾਲਾਂ ਵੀ ਕੱਢਦੇ ਹੈ, ਰੱਬ ਨੇ ਸਾਡੇ ਨਾਲ ਮਾੜੀ ਕੀਤੀ ਹੈ। ਮਹਾਰਾਜ ਕਹਿੰਦੇ ਉਹ ਦੁੱਖਾਂ ਸੁੱਖਾਂ ਨੂੰ ਗੁਰਮੁਖ ਇੱਕੋ ਜਿਹਾ ਜਾਣਦੇ ਨੇ। ਬਾਣੀ ਦਾ ਬਚਨ ਹੈ, ਉਲਾਹਨ ਨੂੰ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਹੇ ਪਰਮਾਤਮਾ, ਮੈਂ ਕਿਸੇ ਨੂੰ ਵੀ ਉਲਾਂਭਾ ਨਹੀਂ ਦਿੰਦਾ, ਮਨ ਮੀਠ ਤੁਹਾਰੋ ਕੀਓ, ਅਤੇ ਤੇਰਾ ਕੀਤਾ ਹੋਇਆ ਮੇਰੇ ਮਨ ਵਿੱਚ ਮਿੱਠਾ ਲੱਗਦਾ ਹੈ। ਗੁਰੂ ਅਰਜੁਨ ਦੇਵ ਮਹਾਰਾਜ ਜੀ ਤਤੀ ਤਵੀ 'ਤੇ ਬੈਠ ਕੇ ਇਹ ਅੰਮ੍ਰਿਤ ਬਚਨ ਗਾਉਂਦੇ ਹੈ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਹੇ ਵਾਹਿਗੁਰੂ, ਤੇਰਾ ਕੀਤਾ ਮੈਨੂੰ ਮਿੱਠਾ ਲੱਗਦਾ ਹੈ, ਨਾਮ ਪਦਾਰਥ ਮੇਰੀ ਝੋਲੀ ਵਿੱਚ ਪਾ। ਇਹ ਅਭੇਦਤਾ ਜਿੱਥੇ ਹੋ ਜਾਂਦੀ ਹੈ ਉਹ ਪਰਮ ਅਵਸਥਾ ਹੈ।
ਸੋ ਸਾਧ ਸੰਗਤ ਵਿੱਚ ਮਿਲ ਕੇ ਗੁਰਮੁਖ ਸ਼ਬਦ ਦੇ ਵਿੱਚ ਸੁਰਤ ਜੋੜ ਕੇ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਕਰਕੇ ਜਾਣਦੇ ਹੈ। ਹਉਮੈ ਦੁਰਮਤ ਪਰ ਹਰੀ, ਗੁਰਮਤ ਸਤਿਗੁਰ ਪੁਰਖ ਆਰਾਧੇ। ਹਉਮੈ ਤੇ ਦੁਰਮਤ, ਦੁਰਮਤ, ਦੁਰ ਦਾ ਅਰਥ ਹੁੰਦਾ ਭੈੜੀ, ਖੋਟੀ ਮਤ ਜਿਹੜੀ ਹੈ। ਗੁਰੂ ਕੇ ਸਿੱਖਾਂ ਨੇ ਹਉਮੈ ਨੂੰ ਤੇ ਭੈੜੀ ਮਤ ਨੂੰ, ਖੋਟੀ ਮਤ ਨੂੰ ਪਰਹਰੀ, ਪਰੇ ਕਰ ਦਿੱਤਾ, ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ। ਗੁਰਮਤਿ ਸਤਿਗੁਰ ਪੁਰਖ ਆਰਾਧੇ, ਤੇ ਗੁਰੂ ਦੀ ਮਤ ਲੈ ਕੇ ਸਤਿਗੁਰ ਪੁਰਖ ਨੂੰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਗੁਰੂ ਕੇ ਸਿੱਖ ਸਦਾ ਹੀ ਆਰਾਧਦੇ ਹੈ। ਸਦਾ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਚੇਤੇ ਕਰਦੇ ਆ ਗੁਰੂ ਦੀ ਸਿੱਖਿਆ ਲੈ ਕੇ। ਸਿਵ ਸਕਤੀ ਨੋ ਲੰਘ ਕੈ, ਗੁਰਮੁਖ ਸੁਖ ਫਲ ਸਹਿਜ ਸਮਾਧੇ। ਸ਼ਿਵ ਸ਼ਕਤੀ ਤੋਂ ਭਾਵ ਹੈ ਜਿਹੜੇ ਤਿੰਨੇ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਸੋ ਇਹ ਜਿਹੜੇ ਤਿੰਨੇ ਸੁਭਾਅ ਨੇ ਨਾ ਵੱਖੋ ਵੱਖਰੇ, ਇਹਨਾਂ ਤੋਂ ਗੁਰੂ ਕੇ ਸਿੱਖ ਅੱਗੇ ਲੰਘ ਗਏ ਹੈ। ਰਜ ਗੁਣ, ਤਮ ਗੁਣ, ਸਤ ਗੁਣ ਕਹੀਐ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿਨ ਹੀ ਪਰਮ ਪਦ ਪਾਇਆ। ਤਿੰਨਾਂ ਗੁਣਾਂ ਤੋਂ ਅੱਗੇ ਲੰਘ ਕੇ ਚੌਥੇ ਪਦ, ਜਿਹਨੂੰ ਸਹਿਜ ਅਵਸਥਾ ਵੀ ਕਹਿੰਦੇ ਹੈ, ਤੁਰੀਆ ਪਦ ਵੀ ਕਹਿੰਦੇ ਹੈ, ਤੁਰੀਆ ਅਵਸਥਾ ਵੀ ਕਹਿੰਦੇ ਹੈ। ਸੋ ਤਿੰਨਾਂ ਗੁਣਾਂ ਤੋਂ ਅੱਗੇ ਲੰਘ ਕੇ ਗੁਰਮੁਖ ਸੁਖ ਫਲ ਸਹਿਜ ਸਮਾਧੇ, ਸਹਿਜ ਸਮਾਧੀ ਦੇ ਸੁਖ ਫਲ ਦੇ ਵਿੱਚ ਉਹ ਸਮਾ ਜਾਂਦੇ। ਤਿੰਨਾਂ ਤੋਂ ਅੱਗੇ ਲੰਘ ਕੇ ਗੁਰਮੁਖ ਪਿਆਰੇ ਗੁਰਸਿੱਖ ਜਿਹੜੇ ਹੈ ਉਹ ਸਹਿਜ ਸਮਾਧੀ ਦੇ ਵਿੱਚ ਲੀਨ ਹੋ ਜਾਂਦੇ ਹੈ। ਜਿੱਥੇ ਸਦਾ ਅਡੋਲਤਾ ਹੈ, ਜਿੱਥੇ ਸਦਾ ਟਿਕਾਓ ਹੈ, ਜਿੱਥੇ ਸਦਾ ਹੀ ਖੇੜਾ ਹੈ, ਮਨ ਅਸਥਿਰ ਹੈ ਜਿੱਥੇ, ਉਸ ਅਵਸਥਾ ਵਿੱਚ ਗੁਰਮੁਖ ਸਮਾ ਜਾਂਦੇ ਹੈ। ਇਹ ਸੁਖ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਗੁਰ ਪਰਮੇਸ਼ਰ ਏਕ ਜਾਣ, ਦੂਜਾ ਭਾਉ ਮਿਟਾਏ ਉਪਾਦੇ। ਗੁਰਮੁਖ ਪਿਆਰੇ ਗੁਰੂ ਤੇ ਪਰਮੇਸ਼ਰ ਨੂੰ ਇੱਕ ਰੂਪ ਕਰਕੇ ਜਾਣਦੇ ਹੈ। ਕੋਈ ਭੇਦ, ਕੋਈ ਫਰਕ ਨਹੀਂ ਸਮਝਦੇ, ਇੱਕ ਹੀ ਨੇ ਗੁਰੂ ਤੇ ਪਰਮੇਸ਼ਰ, ਕੋਈ ਭੇਦ, ਕੋਈ ਫਰਕ ਨਹੀਂ ਹੈ। ਇਸ ਗੱਲ ਨੂੰ ਜਾਣ ਕੇ ਦੂਜਾ ਭਾਉ ਮਿਟਾਏ ਉਪਾਦੇ, ਤੇ ਦੂਜਾ ਭਾਉ ਹੈ ਜੋ ਦ્વੈਤ ਹੈ, ਦ્વੈਤ ਦੀ ਉਪਾਧੀ ਨੂੰ ਗੁਰਮੁਖ ਪਿਆਰੇ ਮੇਟ ਦਿੰਦੇ ਹੈ। ਉਹਨਾਂ ਦੇ ਅੰਦਰ ਕੋਈ ਦੁਚਿੱਤਾਪਨ ਰਹਿੰਦਾ ਹੀ ਨਹੀਂ ਹੈ। ਜੰਮਣ ਮਰਨ ਹੋਂ ਬਾਹਰੇ, ਅਜਰਾਵਰ ਮਿਲ ਅਗਮ ਅਗਾਧੇ। ਜੰਮਣ ਤੇ ਮਰਨ ਤੋਂ ਗੁਰਮੁਖ ਪਿਆਰੇ ਬਾਹਰੇ ਹਨ, ਭਾਵ ਜਨਮ ਮਰਨ ਤੋਂ ਰਹਿਤ ਹਨ। ਅਜਰਾਵਰ ਕਹਿੰਦੇ ਬੁਢੇਪਾ ਤੇ ਮੌਤ ਨਹੀਂ ਜਿਸ ਨੂੰ ਆਉਂਦੀ। ਗੁਰਸਿੱਖ ਪਿਆਰੇ ਬੁਢੇਪੇ ਤੇ ਮੌਤ ਤੋਂ ਰਹਿਤ ਹਨ। ਸਰੀਰਕ ਬੁਢੇਪੇ ਦੀ ਗੱਲ ਨਹੀਂ। ਬਾਣੀ ਦਾ ਬਚਨ ਹੈ ਕਿ ਜਿਹੜੇ ਗੁਰਮੁਖ ਪਿਆਰੇ ਨੇ ਉਹ ਕਦੇ ਵੀ ਬੁੱਢੇ ਨਹੀਂ ਹੁੰਦੇ। ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਸੁਰਤ ਦੀ ਗੱਲ ਕੀਤੀ ਹੈ। ਸਰੀਰ ਦੇ ਉੱਤੇ ਅੱਤ ਦਾ ਬੁਢੇਪਾ ਆ ਜਾਵੇ, ਬੰਦਾ ਚੱਲਣ ਤੋਂ ਅਸਮਰੱਥ ਹੋ ਜਾਂਦਾ ਹੈ, ਤੁਰ ਨਹੀਂ ਪਾਉਂਦਾ, ਅੱਖਾਂ ਦੀ ਨਜ਼ਰ ਘਟ ਜਾਂਦੀ ਹੈ, ਸੁਣਨ ਸ਼ਕਤੀ ਘਟ ਜਾਂਦੀ ਹੈ, ਬੋਲਣ ਸ਼ਕਤੀ ਘਟ ਜਾਂਦੀ ਹੈ। ਸਪਤ ਪਾਤਾਲ ਕੀ ਬਾਣੀ ਕਿਹਾ ਮਹਾਰਾਜ ਜੀ ਨੇ। ਤੋ ਜਿਵੇਂ ਸਰੀਰ ਦੇ ਉੱਤੇ ਬੁਢੇਪਾ ਆ ਜਾਵੇ ਤੇ ਤੁਰਨ ਤੋਂ ਅਸਮਰੱਥ ਹੈ, ਆਮ ਸੰਸਾਰੀ ਬੰਦੇ, ਉਹਨਾਂ ਦੀ ਸੁਰਤ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਫਿਰ ਉਹ ਰੱਬੀ ਮਾਰਗ ਦੇ ਉੱਤੇ ਚੱਲਣ ਤੋਂ ਅਸਮਰੱਥ ਹੋ ਜਾਂਦੇ ਹੈ। ਪਰ ਜਿਹੜੇ ਗੁਰਮੁਖ ਗੁਰਸਿੱਖ ਨੇ ਨਾ, ਉਹ ਆਤਮਿਕ ਮੌਤ ਤੋਂ ਰਹਿਤ ਨੇ,
ਤੇ ਸੁਰਤ ਕਰਕੇ ਉਹ ਕਦੇ ਵੀ ਬੁੱਢੇ ਨਹੀਂ ਹੁੰਦੇ। ਉਹਨਾਂ ਦੀ ਸੁਰਤ ਸਦਾ ਹੀ ਗੁਰੂ ਸ਼ਬਦ ਵਿੱਚ ਜੁੜੀ ਰਹਿੰਦੀ ਹੈ। ਤਾਂ ਹੀ ਸਾਹਿਬ ਨੇ ਕਿਹਾ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਜਿਹੜਾ ਸੇਵਕ ਹੈ ਨਾ, ਉਹਦੀ ਤਾਂ ਅਖੀਰ ਤੱਕ ਪ੍ਰੀਤ ਨਿਭਦੀ ਹੈ। ਸੁਰਤ ਕਰਕੇ ਕਾਇਮ ਨੇ, ਸ਼ਬਦ ਨੂੰ ਆਪਣੀ ਸੁਰਤ ਵਿੱਚ ਸਦਾ ਹੀ ਵਸਾ ਕੇ ਰੱਖਦੇ। ਸਰੀਰਕ ਮੌਤ ਤੱਕ ਗੁਰੂ ਦਾ ਸ਼ਬਦ ਉਹਨਾਂ ਦੀ ਸੁਰਤ ਵਿੱਚ ਵਸਿਆ ਰਹਿੰਦਾ ਹੈ। ਔਰ ਅੰਤ ਵੇਲੇ ਵੀ ਚਲਤੇ ਰਾਖਿਓ ਚੀਤ, ਆਪਣੇ ਚਿੱਤ ਵਿੱਚ ਮਾਲਕ ਨੂੰ ਯਾਦ ਰੱਖਦੇ ਆ, ਗੁਰੂ ਦੇ ਸ਼ਬਦ ਨੂੰ ਵਸਾ ਕੇ ਰੱਖਦੇ ਆ। ਸੋ ਉਹ ਕਦੇ ਬੁੱਢੇ ਨਹੀਂ ਹੁੰਦੇ ਸੁਰਤ ਕਰਕੇ। ਸੋ ਗੁਰਮੁਖ ਪਿਆਰੇ ਜਿਹੜੇ ਨੇ ਨਾ, ਗੁਰਸਿੱਖ, ਗੁਰੂ ਉਪਦੇਸ਼ ਮੁਤਾਬਕ ਚੱਲਣ ਵਾਲੇ, ਜੰਮਣ ਮਰਨ ਹੋਂ ਬਾਹਰੇ, ਅਜਰਾਵਰ ਮਿਲ ਅਗਮ ਅਗਾਧੇ, ਜਨਮ ਮਰਨ ਬੁਢੇਪੇ ਤੇ ਮੌਤ ਤੋਂ ਰਹਿਤ ਹਨ, ਇਹਨਾਂ ਬੰਧਨਾਂ ਤੋਂ ਮੁਕਤ ਹਨ, ਤੇ ਅਗਮ ਅਗਾਧ ਪ੍ਰਭੂ ਵਿੱਚ ਸਦਾ ਹੀ ਉਹ ਮਿਲੇ ਰਹਿੰਦੇ ਨੇ। ਮਿਲ ਅਗਮ ਅਗਾਧੇ, ਅਗਮ ਜੋ ਮਨ ਦੀ ਪਹੁੰਚ ਤੋਂ ਪਰੇ ਹੈ, ਅਗਾਧ ਬੜਾ ਡੂੰਘਾ ਹੈ, ਐਸੀ ਅਵਸਥਾ ਵਿੱਚ ਮਿਲੇ ਰਹਿੰਦੇ ਹੈ, ਪ੍ਰਭੂ ਦੇ ਵਿੱਚ ਸਦਾ ਹੀ ਅਭੇਦ ਰਹਿੰਦੇ ਹਨ। ਆਸ ਨ ਤਰਾਸ ਉਦਾਸ ਘਰ, ਹਰਖ ਸੋਗ ਵੇਹੋ ਅੰਮ੍ਰਿਤ ਖਾਧੇ। ਜਿਹੜੇ ਗੁਰਮੁਖ ਹਨ, ਆਸ ਨਾ ਤਰਾਸ, ਆਸਾ ਤੇ ਤਰਾਸ ਜੋ ਡਰ ਹੈ, ਉਹਨੂੰ ਛੱਡ ਕੇ ਘਰ ਦੇ ਵਿੱਚ ਹੀ ਉਦਾਸ ਰਹਿੰਦੇ, ਉਪਰਾਮ ਰਹਿੰਦੇ ਹੈ। ਉਦਾਸ ਦਾ ਮਤਲਬ ਉਪਰਾਮ, ਪਦਾਰਥਾਂ ਦੀ ਮਨ ਵਿੱਚ ਪਕੜ ਨਹੀਂ ਹੈ, ਮਾਇਆ ਦੀ ਮਨ ਵਿੱਚ ਪਕੜ ਨਹੀਂ ਹੈ। ਮਨ ਉਹਨਾਂ ਦਾ ਉਪਰਾਮ ਰਹਿੰਦਾ ਹੈ, ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਹਰਖ ਸੋਗ ਵੇਹੋ ਅੰਮ੍ਰਿਤ ਖਾਧੇ, ਹਰਖ ਸੋਗ ਖੁਸ਼ੀ ਗਮੀ, ਜ਼ਹਿਰ ਤੇ ਅੰਮ੍ਰਿਤ, ਇਹਨਾਂ ਨੂੰ ਖਾਧੇ ਤੋਂ ਭਾਵ ਉਹ ਇੱਕੋ ਜਿਹਾ ਜਾਣਦੇ ਹੈ। ਖੁਸ਼ੀ ਗਮੀ ਵਿੱਚ ਇੱਕ ਅਵਸਥਾ ਹੈ, ਜ਼ਹਿਰ ਅੰਮ੍ਰਿਤ, ਇਹਨੂੰ ਇੱਕੋ ਜਿਹਾ ਜਾਣਦੇ ਹੈ। ਐਸੀ ਅਵਸਥਾ ਹੁੰਦੀ ਹੈ ਗੁਰਮੁਖਾਂ ਦੀ। ਮਹਾਂ ਅਸਾਧ ਸਾਧ ਸੰਗ ਸਾਧੇ, ਮਹਾਂ ਅਸਾਧ, ਜਿਹੜੇ ਵੱਡੇ ਅਸਾਧ, ਜਿਹੜੇ ਸਾਧੇ ਨਹੀਂ ਜਾਣ ਵਾਲੇ, ਜਿਨ੍ਹਾਂ ਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੈ, ਜਿਹੜੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਵੈਰੀ ਨੇ, ਸਾਧ ਸੰਗ ਸਾਧੇ, ਇਹਨਾਂ ਨੂੰ ਸਾਧ ਸੰਗਤ ਦੇ ਪ੍ਰਤਾਪ ਕਰਕੇ ਗੁਰਮੁਖ ਸਾਧ ਲੈਂਦੇ ਆ, ਇਹਨਾਂ ਨੂੰ ਜਿੱਤ ਲੈਂਦੇ ਆ। ਪੰਜਾਂ ਹੀ ਵਿਕਾਰਾਂ ਦੇ ਉਹ ਜੇਤੂ ਹੁੰਦੇ ਹੈ। ਪਾਤਸ਼ਾਹ ਦੀ ਬਾਣੀ ਦਾ ਬਚਨ ਹੈ, ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀਰੇ। ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਪੰਜਾਂ ਨੂੰ ਮਾਰ ਲਿਆ, ਕਿਹੜਾ ਐਸਾ ਬਲਵਾਨ ਹੈ, ਜਿਨ੍ਹੇ ਪੰਜਾਂ ਨੂੰ ਮਾਰ ਲਿਆ, ਜਿੱਤ ਲਿਆ, ਸੋ ਪੂਰਾ ਇਹ ਕਲੀਰੇ। ਇਸ ਕਲਯੁਗ ਵਿੱਚ ਉਹੀ ਪੂਰਾ ਹੈ, ਬਾਕੀ ਤਾਂ ਸਾਰੇ ਅਧੂਰੇ ਹੀ ਅਧੂਰੇ ਹਨ। ਸੋ ਸਾਧ ਸੰਗਤ ਦੇ ਪ੍ਰਤਾਪ ਕਰਕੇ ਗੁਰਮੁਖ ਪਿਆਰੇ, ਇਹ ਜਿਹੜੇ ਅਸਾਧ ਨੇ ਨਾ, ਕਾਮ ਕ੍ਰੋਧ ਇਤਿਆਦਿਕ ਵੈਰੀ, ਇਹਨਾਂ ਨੂੰ ਸਾਧ ਲੈਂਦੇ ਹੈ, ਜਿੱਤ ਲੈਂਦੇ ਹੈ। ਅਥਵਾ ਮਹਾਂ ਅਸਾਧ, ਜਿਹੜਾ ਵੱਡਾ ਅਸਾਧ ਹੈ ਨਾ, ਇਹ ਮਨ, ਜਿਹਨੂੰ ਕਾਬੂ ਕਰਨਾ, ਜਿੱਤਣਾ ਬੜਾ ਔਖਾ ਹੈ। ਗੁਰਮੁਖ ਪਿਆਰੇ ਸਾਧ ਸੰਗਤ ਵਿੱਚ ਮਿਲ ਕੇ ਇਸ ਮਨ ਨੂੰ ਕਾਬੂ ਵਿੱਚ ਕਰ ਲੈਂਦੇ ਹੈ, ਜਿੱਤ ਲੈਂਦੇ ਹੈ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅਗਾਂਹ ਵਾਸਤੇ ਸੁਮਤ ਬਖਸ਼ਣੀ। ਆਸ ਨ ਤਰਾਸ ਉਦਾਸ ਘਰ, ਹਰਖ ਸੋਗ ਵੇਹੋ ਅੰਮ੍ਰਿਤ ਖਾਧੇ, ਮਹਾਂ ਅਸਾਧ ਸਾਧ ਸੰਗ ਸਾਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।